हाँ जी विद्यार्थियों, DSSS-B TGT पंजाबी तैयारी कर रहे सारे विद्यार्थियों ਨੂੰ जिस तरह कि विद्यार्थियों मैंने इस हैडिंग ਦੇ ਵਿੱਚ ਦੱਸ ਹੀ ਦਿੱਤਾ ਹੈ कि ਆਪਾਂ ਭਾਸ਼ਾ ਵਿਗਿਆਨ ਦੇ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਪਿਜਨ ਅਤੇ ਕਰਿਓਲ ਦੀ ਗੱਲ ਕਰਨ ਜਾ ਰਹੇ ਹਾਂ। ਪਿਜਨ ਅਤੇ ਕਰਿਓਲ ਜਿਸ ਦਾ ਸੰਬੰਧ ਵਿਦਿਆਰਥੀਓ ਭਾਸ਼ਾ ਦੇ ਨਾਲ ਹੈ, ਇਸ ਨਾਲ ਸੰਬੰਧਿਤ ਪੇਪਰ ਦੇ ਵਿੱਚ ਕਈ ਵਾਰ ਕੁਐਸਚਨਸ ਆ ਜਾਂਦੇ ਹਨ। ਸੋ ਇਸ ਲਈ ਸਾਨੂੰ ਇਹਨਾਂ ਦੇ ਬਾਰੇ ਪਤਾ ਹੋਣਾ ਬੜਾ ਜ਼ਰੂਰੀ ਹੈ ਕਿ ਜੋ ਪਿਜਨ ਹੈ ਉਹ ਕੀ ਹੁੰਦਾ ਹੈ ਅਤੇ ਕਰਿਓਲ ਕੀ ਹੁੰਦਾ ਹੈ। ਇਹਨਾਂ ਵਿੱਚ ਵਿਦਿਆਰਥੀਓ ਕੀ ਡਿਫਰੈਂਸਿਸ ਨੇ, ਕੀ ਅੰਤਰ ਨੇ। ਸੋ ਆਪਾਂ ਅੱਜ ਇਸ ਵੀਡੀਓ ਦੇ ਨਾਲ ਆਪਾਂ ਇਸ ਨੂੰ ਜਾਣਾਂਗੇ। ਸੋ ਵਿਦਿਆਰਥੀਓ ਇਸ ਦੇ ਨਾਲ ਹੀ ਮੈਂ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਇਸ ਵੀਡੀਓ ਨੂੰ ਜੇਕਰ ਚੰਗੀ ਲੱਗੇ ਅਤੇ ਤੁਸੀਂ ਚਾਹੁੰਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਹਾਨੂੰ ਇਹੋ ਜਿਹੀਆਂ ਵੀਡੀਓਜ਼ ਮਿਲਦੀਆਂ ਰਹਿਣ ਤਾਂ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਹਰ ਇੱਕ ਨੋਟੀਫਿਕੇਸ਼ਨ ਵੀਡੀਓ ਦਾ ਤੁਹਾਡੇ ਮੋਬਾਈਲ ਤੱਕ ਪਹੁੰਚ ਸਕੇ। ਅਤੇ ਨਾਲ ਵਿਦਿਆਰਥੀਓ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗਦੀ ਹੈ। ਇਸ ਦੇ ਨਾਲ ਜੋ ਸਾਡਾ ਹੈ ਹੌਸਲਾ ਅਫਜ਼ਾਈ ਹੈ ਅਤੇ ਸਾਨੂੰ ਅੱਗੇ ਹੋਰ ਵੀਡੀਓ ਬਣਾਉਣ ਦੀ ਪ੍ਰੇਰਨਾ ਮਿਲੇਗੀ। ਸੋ ਵਿਦਿਆਰਥੀਓ ਆਪਾਂ ਬਿਨਾਂ ਦੇਰੀ ਸ਼ੁਰੂ ਕਰਦੇ ਹਾਂ ਅੱਜ ਦਾ ਆਪਣਾ ਟੌਪਿਕ, ਜਿਸ ਦਾ ਨਾਮ ਹੈ ਪਿਜਨ ਅਤੇ ਕਰਿਓਲ। ਦੇਖੋ ਵਿਦਿਆਰਥੀਓ ਪਿਜਨ ਅਤੇ ਕਰਿਓਲ ਦੇ ਵਿੱਚ ਕਾਫੀ ਡਿਫਰੈਂਸਿਸ ਨੇ। ਆਪਾਂ ਇਹਨਾਂ ਡਿਫਰੈਂਸਿਸ ਦੇ ਨੁਕਤਿਆਂ ਨੂੰ ਜਾਣਨ ਤੋਂ ਪਹਿਲਾਂ ਵਿਦਿਆਰਥੀਓ ਸਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਪਿਜਨ ਅਤੇ ਕਰਿਓਲ ਹੁੰਦਾ ਕੀ ਹੈ। ਦੇਖੋ ਵਿਦਿਆਰਥੀਓ ਜਿਹੜਾ ਹੈਗਾ ਨਾ ਪਿਜਨ ਇੱਕ ਪ੍ਰਕਾਰ ਦੀ ਵਿਦਿਆਰਥੀਓ ਭਾਸ਼ਾ ਹੀ ਹੁੰਦੀ ਹੈ ਅਤੇ ਇਹ ਜਿਹੜੀ ਭਾਸ਼ਾ ਹੁੰਦੀ ਹੈ ਵਿਦਿਆਰਥੀਓ ਇਹ ਦੁਭਾਸ਼ੀ ਸਥਿਤੀਆਂ ਦੇ ਵਿੱਚੋਂ ਪੈਦਾ ਹੁੰਦੀ ਹੈ। ਮਤਲਬ ਕਿ ਦੁਭਾਸ਼ੀ ਮੀਨਸ ਦੋ ਭਾਸ਼ਾਵਾਂ ਦੇ ਰਲੇਵੇਂ ਦੇ ਨਾਲ, ਦੋ ਭਾਸ਼ਾਵਾਂ ਦੇ ਵਿਦਿਆਰਥੀਓ ਮਿਕਸਚਰ ਦੇ ਨਾਲ ਇਹ ਭਾਸ਼ਾ ਪੈਦਾ ਹੁੰਦੀ ਹੈ। ਵਿਦਿਆਰਥੀਓ ਕਦੇ ਆਪਾਂ ਨੂੰ ਇਸ ਤਰ੍ਹਾਂ ਲੱਗਦਾ ਹੈ ਕਈ ਵਾਰ ਵਿਦਿਆਰਥੀਓ ਹੁੰਦਾ ਹੈ ਜਿਸ ਤਰ੍ਹਾਂ ਮੰਨ ਲਓ ਕਿਸੇ ਸਮਾਜ ਦੇ ਵਿੱਚ ਦੋ ਸਮੁਦਾਇ ਦੇ ਲੋਕ, ਦੋ ਅਲੱਗ-ਅਲੱਗ ਭਾਸ਼ਾਵਾਂ ਦੇ ਸਮੁਦਾਇ ਦੇ ਲੋਕ ਜਦੋਂ ਵਿਦਿਆਰਥੀਓ ਇਕੱਠੇ ਰਹਿਣਾ ਸ਼ੁਰੂ ਕਰ ਦਿੰਦੇ ਹਨ ਅਤੇ ਵਿਦਿਆਰਥੀਓ ਉਹਨਾਂ ਦੇ ਵਿੱਚ ਜਿਹੜਾ ਹੈਗਾ ਸਹਿਵਾਸ ਹੋਣ ਕਰਕੇ, ਮਤਲਬ ਇਕੱਠਾ ਵਾਸ ਹੋਣ ਕਰਕੇ ਉਹਨਾਂ ਦੀਆਂ ਵਿਦਿਆਰਥੀਓ ਜਿਹੜਾ ਭਾਸ਼ਾਵਾਂ ਨੇ ਉਹਨਾਂ ਦੇ ਵਿੱਚ ਇੱਕ ਮਿੱਸਾ ਜਿਹਾ ਮਿਕਸਚਰ ਰੂਪ ਪੈਦਾ ਹੋ ਜਾਂਦਾ ਹੈ। ਸੋ ਵਿਦਿਆਰਥੀਓ ਫਿਰ ਜਿਹੜੇ ਇਹ ਦੋ ਸਮੁਦਾਇ ਦੇ ਲੋਕ ਹਨ ਇਹਨਾਂ ਦੀ ਬੇਸ਼ੱਕ ਭਾਸ਼ਾ ਅਲੱਗ-ਅਲੱਗ ਹੈ, ਪਰ ਵਿਦਿਆਰਥੀਓ ਜਦੋਂ ਇਹਨਾਂ ਦਾ ਭਾਸ਼ਾਵਾਂ ਦਾ ਜਦੋਂ ਇੱਕ ਮਿਸ਼ਰਣ ਹੁੰਦਾ ਹੈ ਤਾਂ ਇੱਕ ਨਵੀਂ ਭਾਸ਼ਾ ਉੱਥੇ ਬਣ ਜਾਂਦੀ ਹੈ। ਵਿਦਿਆਰਥੀਓ ਉਸੇ ਨੂੰ ਹੀ ਜੋ ਹੈ ਉੱਥੇ ਆਪਾਂ ਪਿਜਨ ਦਾ ਨਾਮ ਦੇ ਦਿੰਦੇ ਹਾਂ। ਦੇਖੋ ਵਿਦਿਆਰਥੀਓ ਜਿਹੜਾ ਇਹ ਪਿਜਨ ਹੈ ਇਹ ਬਣੀ ਕਿਵੇਂ ਹੈ, ਕਿਸ ਤਰ੍ਹਾਂ ਵਿਦਿਆਰਥੀਓ ਦਾ ਵਿਕਾਸ ਹੋਇਆ। ਦੇਖੋ ਇਹਦੇ ਪਿੱਛੇ ਕਈ ਕਾਰਨ ਹਨ। ਜਿਸ ਤਰ੍ਹਾਂ ਮੰਨ ਲਓ ਕਈ ਵਾਰ ਵਿਦਿਆਰਥੀਓ ਕੋਈ ਆਪਾਂ ਜੇਕਰ ਉਦਾਹਰਣ ਲੈ ਕੇ ਚੱਲੀਏ, ਜਿਸ ਤਰ੍ਹਾਂ ਮੰਨ ਲਓ ਵਿਦਿਆਰਥੀਓ ਜਦੋਂ ਅੰਗਰੇਜ਼ ਲੋਕ ਸੀਗੇ, ਜਦੋਂ ਆਪਣਾ ਵਣਜ ਵਪਾਰ ਕਰਨ ਦੇ ਲਈ ਮੰਨ ਲਓ ਉਹ ਚੀਨ ਦੇ ਵਿੱਚ ਪਹੁੰਚੇ, ਜਦੋਂ ਚੀਨ 'ਚ ਪਹੁੰਚੇ ਹਨ ਤਾਂ ਵਿਦਿਆਰਥੀ ਉੱਥੇ ਫਿਰ ਅੰਗਰੇਜ਼ੀ ਅਤੇ ਚੀਨੀ ਭਾਸ਼ਾ ਦੇ ਮਿਸ਼ਰਣ ਦੇ ਨਾਲ ਇੱਕ ਵਿਦਿਆਰਥੀ ਖਾਸ ਕਿਸਮ ਦੀ ਅਲੱਗ ਜੀ ਅੰਗਰੇਜ਼ੀ ਭਾਸ਼ਾ ਦਾ ਵਿਕਾਸ ਹੋ ਗਿਆ। ਠੀਕ ਹੈ ਨਾ, ਅਲੱਗ ਜੀ ਭਾਸ਼ਾ ਅੰਗਰੇਜ਼ੀ ਦਾ ਵਿਕਾਸ ਹੋ ਗਿਆ ਜਿਹੜੀ ਕਿ ਆਮ ਅੰਗਰੇਜ਼ੀ ਨਾਲੋਂ ਕਾਫੀ ਡਿਫਰੈਂਟ ਸੀਗੀ। ਨਾ ਤਾਂ ਉਹ ਚੀਨੀ ਭਾਸ਼ਾ ਸੀਗੀ ਵਿਦਿਆਰਥੀਓ, ਨਾ ਹੀ ਉਹ ਪੂਰੀ ਅੰਗਰੇਜ਼ੀ ਭਾਸ਼ਾ ਸੀ। ਸਗੋਂ ਵਿਦਿਆਰਥੀਓ ਇਸ ਭਾਸ਼ਾ ਨੂੰ ਜਿਹੜਾ ਹੈਗਾ ਇੱਕ ਦੇ ਲਈ ਇੱਕ ਸ਼ਬਦ ਬਿਜ਼ਨਸ ਆਪਾਂ ਗੱਲ ਕਹਿ ਦਈਏ ਉਹ ਸ਼ੁਰੂ ਹੋ ਗਿਆ, ਕਿਉਂਕਿ ਇਹ ਜਿਹੜੇ ਉੱਥੇ ਵਣਜ ਵਪਾਰ ਕਰਨ ਦੇ ਲਈ ਗਏ ਹੋਏ ਅੰਗਰੇਜ਼ ਲੋਕ ਸੀ ਵਿਦਿਆਰਥੀਓ, ਉਹਨਾਂ ਦੇ ਬਿਜ਼ਨਸ ਪਰਪਸ ਵਾਸਤੇ ਸੀਗੀ। ਜੋ ਵਿਦਿਆਰਥੀਓ ਫਿਰ ਇਹ ਭਾਸ਼ਾ ਬਣੀ ਉਹ ਬਿਜ਼ਨਸ ਇੰਗਲਿਸ਼ ਦੇ ਨਾਮ ਨਾਲ ਪ੍ਰਚਲਿਤ ਹੁੰਦੀ ਹੈ। ਸੋ ਸ਼ਬਦ ਬਿਜ਼ਨਸ ਪ੍ਰਚਲਿਤ ਹੁੰਦਾ ਵਿਦਿਆਰਥੀਓ। ਫਿਰ ਚੀਨੀ ਉਚਾਰਨ ਚ ਵਿਦਿਆਰਥੀਓ ਜਿਸ ਨੂੰ ਪੈਡਜ਼ਨ ਦਾ ਨਾਮ ਦਿੱਤਾ ਗਿਆ ਵਿਦਿਆਰਥੀਓ। ਠੀਕ ਹੈ ਨਾ, ਸੋ ਇਸ ਤਰ੍ਹਾਂ ਕਰਕੇ ਜਿਹੜਾ ਹੈਗਾ ਇਸ ਦੇ ਲਈ ਵਿਦਿਆਰਥੀਓ ਇਹ ਪੈਨਗਿਨ ਇੰਗਲਿਸ਼ ਇਹ ਸ਼ਬਦ ਪ੍ਰਚਲਿਤ ਹੋ ਗਿਆ ਉੱਥੇ। ਸੋ ਵਿਦਿਆਰਥੀਓ ਜਿਸ ਤੋਂ ਬਾਅਦ ਫਿਰ ਇਸ ਲਈ ਵਿਦਿਆਰਥੀਓ ਪਿਜਨ ਸ਼ਬਦ ਜਿਹੜਾ ਹੈਗਾ ਪ੍ਰਚਲਿਤ ਹੋ ਜਾਂਦਾ ਹੈ। ਸੋ ਮੇਰਾ ਕਹਿਣ ਦਾ ਭਾਵ ਵਿਦਿਆਰਥੀਓ ਤੁਸੀਂ ਸਮਝ ਗਏ ਹੋਵੋਗੇ ਪਿਜਨ ਦਾ ਮਤਲਬ ਕੀ ਹੈ ਵਿਦਿਆਰਥੀਓ, ਜਿਹੜੇ ਕਿ ਦੋ ਭਾਸ਼ਾਈ ਸਥਿਤੀਆਂ ਦੇ ਵਿੱਚੋਂ ਪੈਦਾ ਹੋਵੇ, ਜਿੱਥੇ ਵਿਦਿਆਰਥੀਓ ਦੋ ਅਲੱਗ-ਅਲੱਗ ਭਾਸ਼ਾਵਾਂ ਦੇ ਸਮੁਦਾਇ ਦੇ ਲੋਕ ਰਹਿੰਦੇ ਹਨ ਅਤੇ ਵਿਦਿਆਰਥੀਓ ਉਹਨਾਂ 'ਚ ਜੋ ਆਦਾਨ ਪ੍ਰਦਾਨ ਹੁੰਦਾ ਹੈ, ਵਿਚਾਰ ਵਟਾਂਦਰਾ ਕਮਿਊਨੀਕੇਸ਼ਨ ਹੁੰਦਾ ਹੈ ਅਤੇ ਵਿਦਿਆਰਥੀਓ ਉਹਦੇ ਨਾਲ ਜਿਹੜੀ ਫਿਰ ਇੱਕ ਨਵੀਂ ਭਾਸ਼ਾ ਹੋਂਦ ਵੀ ਆ ਜਾਂਦੀ ਹੈ, ਉਸ ਨੂੰ ਆਪਾਂ ਫਿਰ ਪਿਜਨ ਦੇ ਨਾਮ ਨਾਲ ਵਿਦਿਆਰਥੀਓ ਜਾਣਦੇ ਹਾਂ। ਠੀਕ ਹੈ, ਸੋ ਸਾਡਾ ਵਿਦਿਆਰਥੀਓ ਜੋ ਅਗਲਾ ਟੌਪਿਕ ਹੈ ਉਹ ਹੈ ਵਿਦਿਆਰਥੀਓ ਕਰਿਓਲ। ਹੁਣ ਪਿਜਨ ਦੇ ਬਾਰੇ ਸਾਨੂੰ ਪਤਾ ਲੱਗ ਗਿਆ ਕਿ ਪਿਜਨ ਕੀ ਚੀਜ਼ ਹੈ ਅਤੇ ਵਿਦਿਆਰਥੀਓ ਪਿਜਨ ਤੋਂ ਬਾਅਦ ਉਹ ਜਿਹੜੀ ਪਿਜਨ ਹੈ ਕਈ ਵਾਰ ਵਿਦਿਆਰਥੀਓ ਕਰਿਓਲ ਦੇ ਵਿੱਚ ਤਬਦੀਲ ਹੋ ਜਾਂਦੀ ਹੈ। ਉਹ ਕੀ ਹੁੰਦੀ ਹੈ ਆਪਾਂ ਉਹਦੇ ਬਾਰੇ ਵੀ ਜਾਣ ਲੈਂਦੇ ਹਾਂ ਵਿਦਿਆਰਥੀਓ। ਸੋ ਜਿਹੜੀ ਪਿਜਨ ਹੈ ਜੋ ਟੈਂਪਰੇਰੀ ਹੈ ਵਿਦਿਆਰਥੀਓ, ਦੋ ਭਾਸ਼ਾ ਦਾ ਮਿਕਸਚਰ ਹੈ। ਪਰ ਵਿਦਿਆਰਥੀਓ ਜਦੋਂ ਪਿਜਨ ਕਿਸੇ ਦੀ ਮਾਤ ਭਾਸ਼ਾ ਬੇਸ਼ੱਕ ਨਹੀਂ ਹੁੰਦੀ, ਪਰ ਜੇਕਰ ਵਿਦਿਆਰਥੀਓ ਉਹ ਕਿਸੇ ਖੇਤਰ ਦੇ ਵਿੱਚ
ਮਾਤ ਭਾਸ਼ਾ ਦੇ ਰੂਪ ਦੇ ਵਿੱਚ ਪ੍ਰਵਾਨ ਹੋ ਜਾਵੇ। ਮਤਲਬ ਕਿ ਦੋ ਸਮੁਦਾਇ ਦੇ ਲੋਕ ਨੇ, ਅਲੱਗ-ਅਲੱਗ ਭਾਸ਼ਾਵਾਂ ਨੂੰ ਬੋਲਣ ਵਾਲੇ, ਉੱਥੋਂ ਇੱਕ ਨਵੀਂ ਭਾਸ਼ਾ ਪੈਦਾ ਹੋ ਗਈ। ਅੱਗੇ ਵਿਦਿਆਰਥੀਓ ਫਿਰ ਜਿਹੜੇ ਉਸ ਨਵੀਂ ਭਾਸ਼ਾ ਦੇ ਵਿੱਚ ਉਸ ਜਨਰੇਸ਼ਨ ਦੇ ਵਿੱਚ ਪੈਦਾ ਹੋਣ ਵਾਲੇ ਬੱਚੇ ਨੇ ਵਿਦਿਆਰਥੀਓ, ਉਹਨਾਂ ਨੇ ਉਸ ਭਾਸ਼ਾ ਨੂੰ ਅਡੋਪਟ ਕਰਨਾ ਸ਼ੁਰੂ ਕਰ ਲਿਆ। ਠੀਕ ਹੈ, ਸੋ ਵਿਦਿਆਰਥੀਓ ਫਿਰ ਉਸ ਸਮੇਂ ਉਹ ਜਿਹੜੀ ਹੈਗੀ ਹੈ ਬੱਚੇ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦੇ ਹਨ ਵਿਦਿਆਰਥੀਓ, ਤਾਂ ਫਿਰ ਉਹ ਕਰਿਓਲ ਬਣ ਜਾਂਦੀ ਹੈ। ਸਮਝ ਗਏ ਮੇਰੀ ਗੱਲ ਵਿਦਿਆਰਥੀਓ? ਇਹ ਤੁਸੀਂ ਪਿਜਨ ਬੇਸ਼ੱਕ ਮਾਤ ਭਾਸ਼ਾ ਨਹੀਂ ਹੁੰਦੀ ਪਹਿਲਾਂ, ਪਰ ਜਦੋਂ ਵਿਦਿਆਰਥੀਓ ਕਿਸੇ ਖੇਤਰ ਦੇ ਵਿੱਚ ਇਹ ਮਾਤ ਭਾਸ਼ਾ ਦੇ ਰੂਪ ਦੇ ਵਿੱਚ ਪ੍ਰਵਾਨ ਹੋਣੀ ਸ਼ੁਰੂ ਹੋ ਜਾਂਦੀ ਹੈ, ਤਾਂ ਬੱਚੇ ਵਿਦਿਆਰਥੀਓ ਉਸ ਨੂੰ ਮਾਤ ਭਾਸ਼ਾ ਦੇ ਤੌਰ 'ਤੇ ਗ੍ਰਹਿਣ ਕਰਨਾ ਸ਼ੁਰੂ ਕਰ ਦਿੰਦੇ ਹਨ। ਤਾਂ ਵਿਦਿਆਰਥੀਓ ਉਸ ਸਮੇਂ ਉਹ ਕਰਿਓਲ ਬਣ ਜਾਂਦੀ ਹੈ। ਹੁਣ ਯਾਨੀ ਕਿ ਪਹਿਲਾਂ ਉਹ ਜਿੱਥੇ ਟੈਂਪਰੇਰੀ ਸੀ ਵਿਦਿਆਰਥੀਓ, ਹੁਣ ਟੈਂਪਰੇਰੀ ਨਹੀਂ ਰਹੀ, ਬਣਾਵਟੀ ਨਹੀਂ ਰਹੀ ਵਿਦਿਆਰਥੀਓ, ਸਗੋਂ ਹੁਣ ਉਹ ਇੱਕ ਪੱਕੀ ਭਾਸ਼ਾ ਬਣ ਗਈ। ਠੀਕ ਹੈ ਜੀ। ਸੋ ਕਰਿਓਲ ਵਿਦਿਆਰਥੀਓ ਜਿਹੜਾ ਹੈਗਾ ਬੇਸ਼ੱਕ ਇਹ ਲੈਟਿਨ ਭਾਸ਼ਾ ਦਾ ਸ਼ਬਦ ਹੈ ਅਤੇ ਇਹਦਾ ਵਿਦਿਆਰਥੀਓ ਮੂਲ ਅਰਥ ਹੁੰਦਾ ਹੈ ਇਹਦਾ ਬਣਿਆ ਹੋਇਆ, ਮਤਲਬ ਬਣਿਆ ਹੋਇਆ। ਠੀਕ ਹੈ ਨਾ, ਅਰਥ ਇਹਦਾ ਬਣਿਆ ਹੋਇਆ ਹੁੰਦਾ। ਦੇਖੋ ਇਹ ਵੀ ਤਾਂ ਬਣ ਚੁੱਕੀ ਹੈ ਨਾ ਹੁਣ, ਮਤਲਬ ਕਿ ਪਹਿਲਾਂ ਪਿਜਨ ਸੀ ਵਿਦਿਆਰਥੀਓ, ਉਹ ਤੋਂ ਇਹ ਕਰਿਓਲ ਬਣ ਚੁੱਕੀ ਹੈ ਹੁਣ। ਠੀਕ ਹੈ ਵਿਦਿਆਰਥੀਓ, ਇਸ ਤਰ੍ਹਾਂ ਕਰਕੇ ਵਿਦਿਆਰਥੀਓ ਜਿਹੜਾ ਹੈਗਾ ਇਹਦੇ ਲਈ ਜਿਹੜਾ ਹੈਗਾ ਇਹ ਸ਼ਬਦ ਪਿਜਨ ਦੇ ਵਿਦਿਆਰਥੀਓ ਫਿਰ ਉਹ ਕਰਿਓਲ ਵਿੱਚ ਤਬਦੀਲ ਹੋ ਜਾਂਦਾ ਹੈ। ਅਤੇ ਵਿਦਿਆਰਥੀਓ ਇਸ ਪ੍ਰਕਿਰਿਆ ਨੂੰ, ਜਿਹੜੀ ਪ੍ਰਕਿਰਿਆ ਚੱਲਦੀ ਹੈ, ਉਸ ਨੂੰ ਕਰਿਓਲੀਕਰਨ ਕਿਹਾ ਜਾਂਦਾ ਹੈ। ਕਰਿਓਲੀਕਰਨ ਕਿਹਾ ਜਾਂਦਾ ਹੈ, ਮਤਲਬ ਕਿ ਵਿਦਿਆਰਥੀ ਕਰਿਓਲੀਕਰਨ ਹੋ ਗਿਆ, ਪਿਜਨ ਨੂੰ ਕਰਿਓਲ ਦੇ ਵਿੱਚ ਰੂਪਾਂਤਰਿਤ ਹੋਣ ਦੀ ਕਿਰਿਆ ਕਰਿਓਲੀਕਰਨ। ਕਈ ਵਾਰ ਵਿਦਿਆਰਥੀਓ ਪੇਪਰ 'ਚ ਕੁਐਸਚਨ ਆ ਜਾਂਦਾ ਹੈ ਕਿ ਕਰਿਓਲੀਕਰਨ ਦਾ ਕੀ ਅਰਥ ਹੈ, ਤਾਂ ਵਿਦਿਆਰਥੀਓ ਜਿਹੜੀ ਪਿਜਨ ਨੂੰ ਰੂਪਾਂਤਰਿਕ ਵਿੱਚ ਤਬਦੀਲ ਹੋਣ ਦੀ ਪ੍ਰਕਿਰਿਆ ਹੈ, ਉਸ ਦੇ ਲਈ ਇਹ ਸ਼ਬਦ ਵਰਤਿਆ ਜਾਂਦਾ। ਵਿਦਿਆਰਥੀਓ ਮੈਂ ਪਲੀਜ਼ ਵੀਡੀਓ ਥੋੜ੍ਹੀ ਸ਼ਾਰਟ ਦੇ ਵਿੱਚ ਬਣਾਉਣਾ ਚਾਹੁੰਦਾ, ਕਿਉਂਕਿ ਅਪਲੋਡਿੰਗ ਦੇ ਵਿੱਚ ਕਾਫੀ ਸਮੱਸਿਆ ਆਉਂਦੀ ਹੈ ਜੀ ਫਿਰ। ਸੋ ਆਪਾਂ ਹੁਣ ਥੋੜ੍ਹਾ ਡਿਫਰੈਂਸਿਸ ਜਾਣਦੇ ਹਾਂ, ਪਿਜਨ ਅਤੇ ਕਰਿਓਲ 'ਚ ਡਿਫਰੈਂਸਿਸ ਕੀ ਕੀ ਹੁੰਦੇ ਨੇ। ਸੋ ਤੁਸੀਂ ਪਲੀਜ਼ ਇਹਨੂੰ ਮਾਈਂਡ ਦੇ ਵਿੱਚ ਰੱਖਿਓ। ਠੀਕ ਹੈ, ਦੇਖੋ ਵਿਦਿਆਰਥੀਓ ਪਹਿਲੀ ਗੱਲ ਕਰਦੇ ਹਾਂ, ਪਿਜਨ ਜਿਹੜੀ ਪਿਜਨ ਹੈ ਵਿਦਿਆਰਥੀਓ ਦੇ ਵਕਤਿਆਂ ਦੀ ਇਹ ਮੂਲ ਭਾਸ਼ਾ ਨਹੀਂ ਹੁੰਦੀ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸ ਚੁੱਕਿਆ ਵਿਦਿਆਰਥੀਓ, ਜਿਹੜੇ ਲੋਕ ਪਿਜਨ ਨੂੰ ਬੋਲਦੇ ਹਨ ਇਹ ਉਹਨਾਂ ਦੀ ਵਿਦਿਆਰਥੀਓ ਮੂਲ ਭਾਸ਼ਾ ਨਹੀਂ ਹੁੰਦੀ। ਮੂਲ ਭਾਸ਼ਾ ਤਾਂ ਉਹਨਾਂ ਦੀ ਕੋਈ ਹੋਰ ਹੁੰਦੀ ਹੈ। ਜਿਵੇਂ ਮੈਂ ਤੁਹਾਨੂੰ ਉਦਾਹਰਨ ਦਿੱਤੀ ਵਿਦਿਆਰਥੀਓ, ਚੀਨੀਆਂ ਦੀ ਮੂਲ ਭਾਸ਼ਾ ਕੁਛ ਹੋਰ ਸੀਗੀ, ਅੰਗਰੇਜ਼ਾਂ ਦੀ ਕੁਛ ਹੋਰ ਸੀਗੀ, ਪਰ ਉਹਦੇ ਨਾਲ ਇੱਕ ਮਿਕਸਚਰ ਭਾਸ਼ਾ ਪੈਦਾ ਹੋ ਗਈ ਜਿਹੜੀ ਵਿਦਿਆਰਥੀਓ ਪਿਜਨ ਬਣ ਗਈ, ਹੈ ਨਾ। ਸੋ ਯਾਨੀ ਕਿ ਪਿਜਨ ਪਹਿਲਾਂ ਕਿਸੇ ਦੀ ਮੂਲ ਭਾਸ਼ਾ ਨਹੀਂ ਹੁੰਦੀ ਵਿਦਿਆਰਥੀਓ। ਜਦੋਂ ਕਿ ਫਿਰ ਪਿਜਨ ਵਿਦਿਆਰਥੀਓ ਕਰਿਓਲ 'ਚ ਤਬਦੀਲ ਹੋ ਜਾਂਦੀ ਹੈ, ਤਾਂ ਜਿਹੜੀ ਕਰਿਓਲ ਦੇ ਵਕਤਿਆਂ ਦੀ ਵਿਦਿਆਰਥੀਓ ਫਿਰ ਇਹ ਮੂਲ ਭਾਸ਼ਾ ਅਤੇ ਮਾਤ ਭਾਸ਼ਾ ਬਣ ਜਾਂਦੀ ਹੈ। ਮੇਰੀ ਗੱਲ ਨੂੰ ਤੁਸੀਂ ਸਮਝ ਗਏ ਹੋਵੋਗੇ ਜੀ। ਹੁਣ ਚਲੋ ਵਿਦਿਆਰਥੀਓ ਅੱਗੇ ਆਪਾਂ ਗੱਲ ਕਰਦੇ ਹਾਂ, ਯਾਨੀ ਕਿ ਜਦ ਤੱਕ ਉਹ ਪਿਜਨ ਸੀਗੀ ਵਿਦਿਆਰਥੀਓ, ਦੋ ਭਾਸ਼ਾ ਦਾ ਮੇਲ ਸੀਗਾ, ਉਦੋਂ ਤੱਕ ਉਹ ਕਿਸੇ ਦੀ ਮੂਲ ਭਾਸ਼ਾ ਨਹੀਂ ਸੀਗੀ ਵਿਦਿਆਰਥੀਓ। ਬਟ ਜਦੋਂ ਹੁਣ ਮੰਨ ਲਓ ਉਹ ਜਨਰੇਸ਼ਨ 'ਚ ਜਿਹੜੇ ਲੋਕ ਪੈਦਾ ਹੋਏ, ਤਾਂ ਉਹਨਾਂ ਨੇ ਆਟੋਮੈਟਿਕਲੀ ਵਿਦਿਆਰਥੀਓ ਉਸ ਨੂੰ ਅਡੋਪਟ ਕੀਤਾ, ਤਾਂ ਉਹ ਮਤਲਬ ਕਿ ਜਿਹੜਾ ਹੈ ਕਰਿਓਲ ਬਣ ਗਏ। ਫਿਰ ਪਿਜਨ ਦਾ ਵਿਦਿਆਰਥੀਓ ਕੋਈ ਨਿਸ਼ਚਿਤ ਭਾਸ਼ਾ ਸਮੁਦਾਇ ਨਹੀਂ ਹੁੰਦਾ। ਸਿੱਧੀ ਜਿਹੀ ਗੱਲ ਹੈ ਵਿਦਿਆਰਥੀਓ, ਦੇਖੋ ਦੋ ਭਾਸ਼ਾਈ ਮੇਲ ਨਾਲ ਇਹ ਬਣੀ ਹੁੰਦੀ ਹੈ, ਇਸ ਕਰਕੇ ਇਹਦਾ ਕੋਈ ਨਿਸ਼ਚਿਤ, ਹੁਣ ਆਪਾਂ ਨੂੰ ਕੋਈ ਇੱਕ ਨਿਸ਼ਚਿਤ ਭਾਸ਼ਾ ਨਹੀਂ ਕਹਿ ਸਕਦੇ ਹੈਗੇ। ਦੇਖੋ ਵਿਦਿਆਰਥੀਓ, ਠੀਕ ਹੈ, ਕਿਉਂਕਿ ਉਹ ਦੋ ਅਲੱਗ-ਅਲੱਗ ਭਾਸ਼ਾਵਾਂ ਤੋਂ ਦੇ ਮਿਕਸਚਰ ਨਾਲ ਬਣੀ ਹੋਈ ਹੈ ਵਿਦਿਆਰਥੀਓ। ਵੈਸੇ ਇਹਦੀ ਉਦਾਹਰਨ ਨਾ ਉਰਦੂ ਦੀ ਬੜੀ ਇੱਕ ਚੰਗੀ ਉਦਾਹਰਨ ਹੈ ਇਸ ਚੀਜ਼ ਦੀ, ਤੁਸੀਂ ਜ਼ਰੂਰ ਯਾਦ ਰੱਖਿਓ ਵਿਦਿਆਰਥੀਓ। ਜਦੋਂ ਕਿ ਜਿਹੜਾ ਕਰਿਓਲ ਹੈ ਨਾ, ਉਹਦਾ ਇੱਕ ਨਿਸ਼ਚਿਤ ਵਿਦਿਆਰਥੀਓ ਸਪੀਚ ਉਹਦੀ ਕਮਿਊਨਿਟੀ ਹੁੰਦੀ ਹੈ, ਉਸ ਨੂੰ ਬੋਲਣ ਵਾਲੀ ਕਮਿਊਨਿਟੀ ਹੁੰਦੀ ਹੈ ਵਿਦਿਆਰਥੀਓ। ਪਿਜਨ ਦਾ ਕੋਈ ਨਿਸ਼ਚਿਤ ਭਾਸ਼ਾ ਖੇਤਰ ਵੀ ਨਹੀਂ ਹੁੰਦਾ ਵੀ ਕਿਹੜੇ ਖੇਤਰ 'ਚ ਬੋਲੀ ਜਾਂਦੀ ਹੈ। ਜਿੱਥੇ ਵਿਦਿਆਰਥੀਓ ਦੋ ਸਮੁਦਾਇ ਇਕੱਠੇ ਹੋ ਗਏ, ਮੰਨ ਲਓ ਉੱਥੇ ਇੱਕ ਆਪਸ ਉਹਨਾਂ ਨੇ ਆਦਾਨ ਪ੍ਰਦਾਨ ਕਰਨ ਲਈ, ਵਟਾਂਦਰਾ ਕਰਨ ਦੇ ਲਈ ਵਿਦਿਆਰਥੀਓ ਫਿਰ ਉਹ ਜਿਹੜੀ ਹੈਗੀ ਹੈ ਜੀ ਇੱਕ ਭਾਸ਼ਾ ਪੈਦਾ ਹੋ ਗਈ। ਸੋ ਇਸ ਕਰਕੇ ਕੋਈ ਉਹਦਾ ਨਿਸ਼ਚਿਤ ਖੇਤਰ ਨਹੀਂ ਹੁੰਦਾ ਜੀ ਉਹਦਾ, ਹੈ ਨਾ। ਪਰ ਕਰਿਓਲ ਵਿਦਿਆਰਥੀਓ ਫਿਰ ਉੱਥੇ ਕੀ ਹੁੰਦਾ ਹੈ, ਉਹਦਾ ਇੱਕ ਨਿਸ਼ਚਿਤ ਖੇਤਰ ਬਣ ਜਾਂਦਾ ਹੈ। ਜਦੋਂ ਉਹ ਭਾਸ਼ਾ ਪੱਕੀ ਹੋ ਜਾਂਦੀ ਹੈ, ਉਹ ਇੱਕ ਨਵਾਂ ਭਾਸ਼ਾ ਦਾ ਰੂਪ ਧਾਰਨ ਕਰ ਲੈਂਦੀ ਹੈ। ਜਿਹੜੀ ਪਿਜਨ ਹੈ ਉਹਨੂੰ ਵਿਦਿਆਰਥੀਓ ਲੋਕ ਪੱਕਾ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲੈਂਦੇ ਹਨ, ਤਾਂ ਵਿਦਿਆਰਥੀਓ ਫਿਰ ਉਹਦਾ ਇੱਕ ਨਿਸ਼ਚਿਤ ਭਾਸ਼ਾ ਖੇਤਰ ਬਣ ਜਾਂਦਾ ਹੈ। ਸੋ ਅੱਗੇ ਆਪਾਂ ਗੱਲ ਕਰਦੇ ਹਾਂ, ਪਿਜਨ ਦਾ ਵਿਦਿਆਰਥੀਓ ਕੋਈ ਸਮਾਜਿਕ ਮਹਾਨਤਾ ਨਹੀਂ ਹੁੰਦੀ ਹੈਗੀ। ਜਦੋਂ ਕਿ ਵਿਦਿਆਰਥੀਓ ਕਰਿਓਲ ਦੀ ਸਮਾਜਿਕ ਪ੍ਰਤਿਸ਼ਠਾ ਹੁੰਦੀ ਹੈ, ਉਹਦੀ ਵਿਦਿਆਰਥੀਓ ਮਹਾਨਤਾ ਹੁੰਦੀ ਹੈ। ਠੀਕ ਹੈ, ਕਿਉਂਕਿ ਵਿਦਿਆਰਥੀਓ ਸਮਾਜਿਕ ਮਹਾਨਤਾ ਮੀਨਜ਼ ਵੀ ਸਮਾਜ ਦੇ ਵਿੱਚ ਉਹਦੀ ਕੋਈ ਵੱਡੀ ਅਹਿਮਤ ਨਹੀਂ ਹੁੰਦੀ ਹੈਗੀ, ਮਹਾਨਤਾ ਨਹੀਂ ਹੁੰਦੀ ਹੈਗੀ। ਜਸਟ ਉਹ ਇੱਕ ਆਪਾਂ ਕਹਿ ਦਈਏ ਡੰਗ ਟਪਾਊ ਹੁੰਦੀ ਹੈ। ਕਈ ਵਾਰ ਇਸ ਤਰ੍ਹਾਂ ਵੀ ਕੁਐਸਚਨ ਆ ਜਾਂਦਾ ਹੈ ਕਿ ਪਿਜਨ ਜਿਹੜੀ ਹੈਗੀ ਵਿਦਿਆਰਥੀਓ ਉਹ ਕਿਹੜੀ ਭਾਸ਼ਾ ਹੁੰਦੀ ਹੈ, ਡੰਗ ਟਪਾਊ ਭਾਸ਼ਾ ਹੁੰਦੀ ਹੈ ਵਿਦਿਆਰਥੀਓ। ਠੀਕ ਹੈ ਨਾ, ਜਿਸ ਤਰ੍ਹਾਂ ਮੰਨ ਲਓ ਅੰਗਰੇਜ਼ਾਂ ਨੇ ਮੈਂ ਉਦਾਹਰਨ ਚੀਨ ਵਾਲੀ ਉਦਾਹਰਨ ਤੁਹਾਨੂੰ ਦੇ ਕੇ ਹਟਿਆ ਹਾਂ, ਉਸ ਤਰ੍ਹਾਂ ਹੀ। ਸੋ ਅੱਗੇ ਵਿਦਿਆਰਥੀਓ ਆਪਾਂ ਗੱਲ ਕਰਦੇ ਹਾਂ, ਜਦ ਕਿ ਇਹਦੀ ਕਰਿਓਲ ਦੀ ਸਮਾਜਿਕ ਪ੍ਰਤਿਸ਼ਠਾ ਵਿਦਿਆਰਥੀਓ ਦੀ ਮਹੱਤਤਾ ਹੁੰਦੀ ਹੈ। ਪਿਜਨ ਦਾ ਟਕਸਾਲੀਕਰਨ ਦਾ ਕੋਈ ਪ੍ਰਸ਼ਨ ਹੀ ਨਹੀਂ ਹੁੰਦਾ। ਦੇਖੋ ਵਿਦਿਆਰਥੀਓ 'ਚ ਕੋਈ ਟਕਸਾਲੀਕਰਨ ਨਹੀਂ ਹੁੰਦਾ ਇਹਦੇ ਵਿੱਚ। ਜਿਸ ਤਰ੍ਹਾਂ ਆਪਾਂ ਗੱਲ ਕਹਿ ਦਈਏ ਵਿਦਿਆਰਥੀਓ ਜਿਹਦੇ ਵਿੱਚ ਆਪਾਂ ਗੱਲ ਕਹਿ ਦਈਏ ਰਿਟਨ ਦੇ ਵਿੱਚ ਉਹ ਬਣ ਜਾਂਦੀ ਹੈ, ਬਣਦੀ ਹੋਵੇ, ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੁੰਦੀ। ਜਿਵੇਂ ਮੰਨ ਲਓ ਪੰਜਾਬੀ ਦੇ ਵਿੱਚ ਮਾਝੀ ਹੈ, ਉਹ ਟਕਸਾਲੀ ਹੈ ਨਾ। ਸੋ ਵਿਦਿਆਰਥੀਓ ਇਸ ਤਰ੍ਹਾਂ ਕਰਕੇ ਜੋ ਕਿਤਾਬਾਂ ਰਸਾਲਿਆਂ ਦੇ ਵਿੱਚ ਮੰਨ ਲਓ ਪ੍ਰਕਾਸ਼ਿਤ ਹੁੰਦੀ ਹੈ, ਪਰ ਜਦ ਕਿ ਵਿਦਿਆਰਥੀਓ ਜਿਹੜਾ ਕਰਿਓਲ ਦੇ ਵਿੱਚ ਵਿਦਿਆਰਥੀਓ ਟਕਸਾਲੀਕਰਨ ਦੀ ਪ੍ਰਕਿਰਿਆ ਹੁੰਦੀ ਹੈ। ਪਿਜਨ ਦੀ ਵਿਦਿਆਰਥੀਓ ਸਿੱਖਿਆ
ਫਾਰਮਲ ਟ੍ਰੇਨਿੰਗ ਦਾ ਕੋਈ ਨਿਯਤ ਵਿਵਸਥਾ ਨਹੀਂ ਹੁੰਦੀ। ਦੇਖੋ ਵਿਦਿਆਰਥੀਓ, ਇਸ ਤਰ੍ਹਾਂ ਨਹੀਂ ਹੁੰਦਾ ਹੈਗਾ ਕਿ ਮੰਨ ਲਓ ਦੋ ਭਾਸ਼ਾਵਾਂ ਜਿਹੜੀਆਂ ਅਲੱਗ-ਅਲੱਗ ਮਿਕਸਰ ਹੋ ਰਹੀਆਂ ਨੇ, ਠੀਕ ਹੈ ਵਿਦਿਆਰਥੀਓ, ਦੋ ਭਾਸ਼ੀ ਨਾਲ ਇੱਕ ਨਵੀਂ ਭਾਸ਼ਾ ਉਤਪੰਨ ਹੋ ਰਹੀ ਹੈ, ਉਹਦੇ ਲਈ ਕੋਈ ਫਾਰਮਲ ਮਤਲਬ ਕਿ ਕੋਈ ਟ੍ਰੇਨਿੰਗ ਦਿੱਤੀ ਜਾਂਦੀ ਹੋਵੇ, ਇਸ ਤਰ੍ਹਾਂ ਨਹੀਂ ਹੁੰਦਾ। ਇਹ ਸੁਭਾਵਿਕ ਤੌਰ 'ਤੇ ਵਿਦਿਆਰਥੀਓ ਇਨਸਾਨ ਸਿੱਖ ਜਾਂਦਾ ਹੈ, ਠੀਕ ਹੈ ਵਿਦਿਆਰਥੀਓ, ਸੁਭਾਵਿਕ ਤੌਰ ਦੇ ਉੱਤੇ ਆਪਣੇ ਪਰਪਸ ਨੂੰ ਪੂਰਾ ਕਰਨ ਦੇ ਲਈ। ਸੋ ਵਿਦਿਆਰਥੀਓ, ਜਦੋਂ ਕਿ ਕਰਿਓਲ ਦੇ ਵਿੱਚ ਵਿਵਸਥਿਤ ਸਿੱਖਿਆ ਪ੍ਰਣਾਲੀ ਸਾਨੂੰ ਨਜ਼ਰ ਆਉਂਦੀ ਹੈ। ਪਿਜਨ ਭਾਸ਼ਾ ਨਹੀਂ ਵਿਦਿਆਰਥੀਓ, ਭਾਸ਼ਾ ਦਾ ਰੂਪ ਹੁੰਦਾ ਹੈ। ਦੇਖੋ ਸਿੱਧੀ ਗੱਲ ਹੈ ਵਿਦਿਆਰਥੀਓ, ਪਿਜਨ ਕੀ ਹੈ? ਦੋ ਭਾਸ਼ਾਵਾਂ ਦਾ ਰੂਪ ਹੈ, ਦੋ ਭਾਸ਼ਾਵਾਂ ਦੇ, ਜਦੋਂ ਕਿ ਕਰਿਓਲ ਵਿਦਿਆਰਥੀਓ ਇੱਕ ਭਾਸ਼ਾ ਬਣ ਚੁੱਕੀ ਹੈ। ਹੁਣ ਕਰਿਓਲ ਜੋ ਪਿਜਨ ਜਿਹੜੀ ਪਹਿਲਾਂ ਸੀਗੀ ਉਹਨੇ ਕਰਿਓਲ ਦਾ ਦਰਜਾ ਹਾਸਲ ਕਰ ਲਿਆ, ਉਹ ਹੁਣ ਉਹ ਭਾਸ਼ਾ ਬਣ ਚੁੱਕੀ ਹੈ। ਇਹ ਜ਼ਰੂਰੀ ਨਹੀਂ ਹੁੰਦਾ ਵਿਦਿਆਰਥੀਓ ਸਾਰਿਆਂ ਪਿਜਨ ਹੀ ਕਰਿਓਲ ਬਣਨਗੀਆਂ, ਇਸ ਤਰ੍ਹਾਂ ਬਿਲਕੁਲ ਨਹੀਂ ਹੈ ਵਿਦਿਆਰਥੀਓ। ਬਹੁਤ ਸਾਰੀਆਂ ਪਿਜਨ ਅਜਿਹੀਆਂ ਨੇ ਜਿਹੜੀਆਂ ਸੰਸਾਰ ਦੇ ਵਿੱਚੋਂ ਅਲੋਪ ਹੋ ਜਾਂਦੀਆਂ ਹਨ, ਉਹ ਕਰਿਓਲ ਨਹੀਂ ਬਣ ਪਾਉਂਦੀਆਂ ਹੈਗੀਆਂ, ਪਰ ਕੋਈ ਹੁੰਦੀਆਂ ਨੇ ਵਿਦਿਆਰਥੀਓ, ਜਿਸ ਤਰ੍ਹਾਂ ਮੈਂ ਤੁਹਾਨੂੰ ਉਰਦੂ ਦੀ ਉਦਾਹਰਨ ਦੇ ਕੇ ਹਟਿਆ ਹਾਂ, ਉਹ ਕਰਿਓਲ ਬਣ ਚੁੱਕੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਵਿਦਿਆਰਥੀਓ, ਪਿਜਨ ਦਾ ਉਦੇਸ਼ ਦੋ ਭਾਸ਼ਾਵਾਂ ਵਿੱਚੋਂ ਇੱਕ ਨੂੰ ਆਧਾਰ ਮੰਨ ਕੇ ਸੰਚਾਰ ਦੀ ਸਮੱਸਿਆ ਨੂੰ ਸੁਲਝਾਉਣਾ ਹੁੰਦਾ ਹੈ। ਜਿਸ ਤਰ੍ਹਾਂ ਵਿਦਿਆਰਥੀਓ ਮੈਂ ਦੱਸਿਆ, ਦੋ ਅਲੱਗ-ਅਲੱਗ ਬਿਜ਼ਨਸਮੈਨ ਹਨ, ਦੋ ਅਲੱਗ-ਅਲੱਗ ਸਮੁਦਾਇ ਦੇ ਲੋਕ ਹਨ, ਇੱਕ ਪਾਸੇ ਵਿਦਿਆਰਥੀਓ ਚੀਨੀ ਹਨ, ਇੱਕ ਪਾਸੇ ਅੰਗਰੇਜ਼ੀ ਹਨ, ਹੈ ਨਾ। ਸੋ ਵਿਦਿਆਰਥੀਓ ਉਹਨਾਂ ਦੇ ਵਿੱਚ ਜਿਹੜੀ ਵਪਾਰ ਕਰਨ ਦੀ ਸਮੱਸਿਆ ਹੈ, ਉਸ ਨੂੰ ਵਿਦਿਆਰਥੀਓ ਉਹਨਾਂ ਨੇ ਕੀ ਕਰਨਾ ਹੈ? ਸੋਲਵ ਕਰਨਾ ਹੈ। ਸੋ ਵਿਦਿਆਰਥੀਓ ਆਪਣੀ ਸਮੱਸਿਆ ਨੂੰ ਸੋਲਵ ਕਰਨ ਵਾਸਤੇ ਇਹ ਪਿਜਨ ਇੱਕ ਨਵੀਂ ਮਤਲਬ ਕਿ ਭਾਸ਼ਾ ਪੈਦਾ ਹੋ ਜਾਂਦੀ ਹੈ। ਸੋ ਜਦੋਂ ਕਿ ਵਿਦਿਆਰਥੀਓ ਫਿਰ ਜਿਹੜੀ ਪਿਜਨ ਜੇਕਰ ਉਹ ਕਰਿਓਲ ਬਣ ਜੇ ਤਾਂ ਫਿਰ ਕਰਿਓਲ ਦਾ ਉਦੇਸ਼ ਪਿਜਨ ਨੂੰ ਮੁੜ ਕੇ ਸਮਾਨਿਆ ਭਾਸ਼ਾ ਦੀ ਤਰਫ ਰੁਚਿਤ ਕਰਨਾ ਹੁੰਦਾ ਹੈ। ਸੋ ਵਿਦਿਆਰਥੀਓ ਫਿਰ ਉਹ ਜਿਹੜੀ ਹੈਗੀ ਹੈ ਮਤਲਬ ਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਦੋ ਭਾਸ਼ਾਵਾਂ ਦੇ ਵਿੱਚੋਂ ਆਧਾਰ ਬਣਾ ਕੇ ਸੰਚਾਰ ਦੀ ਸਮੱਸਿਆ ਸ਼ੁਰੂ ਕੀਤਾ ਜਾਂਦਾ, ਜਦ ਕਿ ਕਰਿਓਲ ਇੱਕ ਸਥਾਪਿਤ ਭਾਸ਼ਾ ਬਣ ਜਾਂਦੀ ਹੈ ਵਿਦਿਆਰਥੀਓ, ਉਹਦੇ ਵਿੱਚ ਇਹ ਨਹੀਂ ਹੁੰਦਾ, ਇਸ ਤਰ੍ਹਾਂ ਨਹੀਂ ਹੁੰਦਾ ਹੈਗਾ, ਸਗੋਂ ਉਹ ਵਿਦਿਆਰਥੀਓ ਇੱਕ ਸਥਾਪਿਤ ਸਮਾਨਿਆ ਹੀ ਭਾਸ਼ਾ ਬਣ ਜਾਂਦੀ ਹੈ। ਸੋ ਇਸ ਤਰ੍ਹਾਂ ਵਿਦਿਆਰਥੀਓ ਆਪਾਂ ਅੱਜ ਗੱਲ ਕੀਤੀ ਜੀ ਪੰਜਾਬੀ ਦੇ ਇੱਕ ਬਹੁਤ ਅਹਿਮ ਟੌਪਿਕ ਦੀ, ਜਿਸ ਦਾ ਨਾਮ ਸੀਗਾ ਜੀ ਪਿਜਨ ਅਤੇ ਕਰਿਓਲ। ਸੋ ਵਿਦਿਆਰਥੀਓ ਤੁਸੀਂ ਆਪਣੀ ਤਿਆਰੀ ਕਰਦੇ ਰਹੋ ਜੀ ਸਾਰੇ ਵਿਦਿਆਰਥੀ, ਅਤੇ ਮੈਨੂੰ ਲੱਗਦਾ ਹੈ ਕਿ ਤੁਹਾਡੀ ਬਿਲਕੁਲ ਤਿਆਰੀ ਚੰਗੀ ਚੱਲ ਰਹੀ ਹੋਊਗੀ ਵਿਦਿਆਰਥੀਓ, ਕਿਉਂਕਿ ਇਹ ਮੌਕਾ ਜਿਹੜਾ ਹੁੰਦਾ ਹੈ ਇਹ ਬਾਰ-ਬਾਰ ਨਹੀਂ ਵਿਦਿਆਰਥੀਓ ਮਿਲਦਾ ਹੁੰਦਾ। ਜਦੋਂ ਅਗਲੀ ਵਾਰ ਪੋਸਟ ਆਉਣਗੀਆਂ ਤੁਹਾਡੇ 'ਚੋਂ ਬਹੁਤ ਸਾਰੇ ਵਿਦਿਆਰਥੀ ਅਜਿਹੇ ਹੋਣਗੇ ਜਿਹੜੇ ਓਵਰ ਏਜ ਹੋ ਚੁੱਕੇ ਹੋਣਗੇ ਵਿਦਿਆਰਥੀਓ। ਸੋ ਅੱਜ ਤੁਹਾਡੇ ਕੋਲ ਇਹ ਮੌਕਾ ਹੈ, ਤੁਸੀਂ ਇਸ ਮੌਕੇ ਨੂੰ ਬਿਲਕੁਲ ਚੰਗੀ ਤਰ੍ਹਾਂ ਜਿਹੜਾ ਹੈਗਾ ਵਿਦਿਆਰਥੀਓ ਸੰਭਾਲ ਕੇ ਚੱਲਣਾ ਹੈ। ਆਪਣੀ ਵਿਦਿਆਰਥੀਓ ਤਿਆਰੀ ਕਰਦੇ ਰਹੋ। ਮਿਲਦੇ ਹਾਂ ਅਗਲੀ YouTube ਵੀਡੀਓ ਦੇ ਵਿੱਚ। ਮੇਰੀ ਕੋਸ਼ਿਸ਼ ਰਹੇਗੀ ਰੋਜ਼ ਮੈਂ ਕਿਸੇ ਨਾ ਕਿਸੇ ਵਿਸ਼ੇ ਦੇ ਉੱਤੇ ਤੁਹਾਡੇ ਨਾਲ ਜ਼ਰੂਰ ਗੱਲ ਕਰਿਆ ਕਰਾਂਗਾ ਵਿਦਿਆਰਥੀਓ। ਸੋ ਤੁਸੀਂ ਜੇਕਰ ਚਾਹੁੰਦੇ ਹੋ ਤਾਂ ਤੁਸੀਂ ਵਿਦਿਆਰਥੀਓ ਇਸ ਚੈਨਲ ਨੂੰ ਜੋ ਹੈ ਸਬਸਕ੍ਰਾਈਬ ਜ਼ਰੂਰ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰੋ, ਅਤੇ ਵਿਦਿਆਰਥੀਓ ਆਪਣੇ ਫਰੈਂਡਸ ਦੇ ਨਾਲ ਖਾਸ ਕਰਕੇ ਸ਼ੇਅਰ ਕਰੋ ਵਿਦਿਆਰਥੀਓ। ਫੈਲੇ ਵਿਦਿਆ ਚਾਨਣ ਹੋਆ। ਸੋ ਵਿਦਿਆਰਥੀਓ ਇਸ ਗੱਲ ਕਰਕੇ ਤੁਸੀਂ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ। ਜੇਕਰ ਵੀਡੀਓ ਚੰਗੀ ਲੱਗੇ ਤਾਂ ਕਮੈਂਟ ਕਰਕੇ ਲਾਈਕ ਕਰ ਸਕਦੇ ਹੋ, ਜੇਕਰ ਨਾ ਵੀ ਚੰਗੀ ਲੱਗੇ ਤਾਂ ਵੀ ਕੋਈ ਗੱਲ ਨਹੀਂ ਜੀ, ਤੁਸੀਂ ਜੋ ਹੈ ਡਿਸਲਾਈਕ ਵੀ ਕਰਦਿਆ ਕਰੋ ਤਾਂ ਵੀ ਕੋਈ ਦਿੱਕਤ ਵਾਲੀ ਗੱਲ ਨਹੀਂ। ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਧੰਨਵਾਦ ਹੈ। ਸਮਾਂ ਸਭ ਦਾ ਚੰਗਾ ਰਹੇ ਜੀ। ਸ਼ੁਕਰੀਆ।